ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਬਾਰੇ ਔਰ ਆਪਣੀ ਹੀ ਗੜ੍ਹ ਦੇ ਵਿੱਚ ਝੜ ਗਈ ਆਮ ਆਦਮੀ ਪਾਰਟੀ, ਬਹੁਤ ਜਲਦੀ ਝੜ ਗਈ। ਸੰਗਰੂਰ ਦੀ ਕੌਂਸਟੀਚੁਐਂਸੀ ਹਮੇਸ਼ਾ ਹੀ ਬਾਗੀ ਤੇਵਰਾਂ ਵਾਲੇ ਰਿਜ਼ਲਟ ਦਿਖਾਉਂਦੀ ਰਹੀ ਹੈ, ਖਾਸ ਤੌਰ ਤੇ 1999 ਤੋਂ ਲੈ ਕੇ 2022 ਤੱਕ ਉੱਥੋਂ ਉਹੀ ਐਮਪੀ ਬਣੇ ਨੇ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਹੁੰਦੀ ਸੀ, ਵਿਰੋਧੀ ਧਿਰ ਤੋਂ ਹੀ ਉੱਥੇ ਜਿੱਤਦੇ ਰਹੇ ਨੇ। ਇਸ ਵਾਰ ਵੀ ਐਵੇਂ ਹੀ ਹੋਇਆ। ਸੰਗਰੂਰ ਦੇ ਵਿੱਚੋਂ ਅਗਰ ਆਪਾਂ ਦੇਖੀਏ ਤਾਂ ਕਮਿਊਨਿਸਟ ਪਾਰਟੀ ਦੇ ਵੀ ਲੀਡਰਸ ਨੂੰ ਇੱਕ ਤਰ੍ਹਾਂ ਦੇ ਨਾਲ ਖੜਾ ਕਰਨ ਵਾਲਾ ਸੰਗਰੂਰ ਹੀ ਸੀ। ਤੇਜਾ ਸਿੰਘ ਸੁਤੰਤਰ ਇੱਥੋਂ ਜਿੱਤੇ ਨੇ। ਇਸ ਤੋਂ ਇਲਾਵਾ ਵਿਧਾਨ ਸਭਾ ਕੌਂਸਟੀਚੁਐਂਸੀਆਂ ਦੇ ਵਿੱਚ ਵੀ ਇੱਥੇ ਬਹੁਤ ਵੱਡਾ ਜ਼ੋਰ ਕਮਿਊਨਿਸਟ ਪਾਰਟੀਆਂ ਦਾ ਰਿਹਾ। ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਇੱਥੋਂ 2 ਵਾਰੀ ਜਿੱਤੀ ਹੈ ਪਹਿਲਾਂ, ਹੁਣ ਇਹ ਤੀਜੀ ਜਿੱਤ ਆ ਉਹਨਾਂ ਦੀ। ਇਸ ਤੋਂ ਪਹਿਲਾਂ 1989 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਜਿਹੜੀ ਆ ਉਹਦੇ ਉਮੀਦਵਾਰ ਜਿੱਤੇ ਨੇ। 1999 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਇੱਥੋਂ ਖੁਦ ਕੰਟੈਸਟ ਕੀਤੇ ਜਿੱਤੇ। 2019 ਦੇ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਇੱਥੋਂ ਕੰਟੈਸਟ ਕੀਤੇ ਸੀ ਪਰ ਹਾਰ ਗਏ ਸੀ ਭਗਵੰਤ ਮਾਨ ਜੀ ਤੋਂ। ਭਗਵੰਤ ਮਾਨ ਇੱਥੋਂ 2 ਵਾਰੀ ਜੇਤੂ ਰਹੇ ਨੇ ਲਗਾਤਾਰ। ਆਮ ਆਦਮੀ ਪਾਰਟੀ ਦੇ ਇਕੱਲੇ ਹੀ ਉਹ ਲੋਕ ਸਭਾ ਦੇ ਵਿੱਚ ਬਚੇ ਸੀਗੇ, ਪਰ ਸੰਗਰੂਰ ਉਹਨਾਂ ਨੂੰ ਜਿਤਾ ਕੇ ਭਾਰੀ ਬਹੁਮਤ ਦੇ ਨਾਲ ਭੇਜਦਾ ਰਿਹਾ। ਸਿਮਰਨਜੀਤ ਸਿੰਘ ਮਾਨ ਦੀ ਇਸ ਵਾਰੀ ਤੀਸਰੀ ਜਿੱਤ ਆ, ਤੀਸਰੀ ਵਾਰ ਉਹ ਐਮਪੀ ਬਣਨਾ ਹੈ। ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਤਰਨਤਾਰਨ ਤੋਂ ਇਲੈਕਸ਼ਨ ਲੜੇ ਸੀ 1989 ਦੇ ਵਿੱਚ। ਜੇਲ੍ਹ 'ਚ ਬੈਠ ਕੇ ਉਹਨਾਂ ਨੇ ਚੋਣਾਂ ਲੜੀਆਂ ਸੀ ਔਰ ਜਿੱਤੇ ਸੀ। ਉਹਨਾਂ ਦੇ ਸਾਰੇ ਕੇਸ ਜਿਹੜੇ ਆ ਡਰੋਪ ਹੋ ਗਏ ਸੀ। ਉਸ ਤੋਂ ਬਾਅਦ 1999 ਦੇ ਵਿੱਚ ਜਿੱਤੇ ਔਰ ਹੁਣ 2022 ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ। ਇਹ ਜਿਹੜੀ ਜਿੱਤ ਹੈ ਇਹ ਖਾਸ ਮਾਇਨੇ ਇਸ ਕਰਕੇ ਰੱਖਦੀ ਹੈ ਕਿਉਂਕਿ ਸਿਰਫ 3 ਮਹੀਨੇ ਜਾਂ ਐਗਜ਼ੈਕਟਲੀ 4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਨੇਰੀ ਚੱਲੀ ਸੀ ਪੰਜਾਬ ਦੀਆਂ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ। ਔਰ ਇਹ ਜਿਹੜਾ ਏਰੀਆ ਸੰਗਰੂਰ ਕੌਂਸਟੀਚੁਐਂਸੀ ਨੂੰ ਆਪਾਂ ਦੇਖੀਏ ਤਾਂ ਭਗਵੰਤ ਮਾਨ ਜੀ ਦਾ ਗੜ੍ਹ ਹੈ, ਆਮ ਆਦਮੀ ਪਾਰਟੀ ਦਾ ਗੜ੍ਹ ਹੈ। ਆਮ ਆਦਮੀ ਪਾਰਟੀ ਦੀਆਂ ਅਗਰ ਆਪਾਂ ਵਿਧਾਨ ਸਭਾ ਕੌਂਸਟੀਚੁਐਂਸੀਜ਼ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਦੀਆਂ 8 ਕੌਂਸਟੀਚੁਐਂਸੀਜ਼ ਸੰਗਰੂਰ ਕੌਂਸਟੀਚੁਐਂਸੀ 'ਚ ਆਉਂਦੀਆਂ ਨੇ, ਜਿਹੜੀ ਪਾਰਲੀਮੈਂਟ ਵਾਲੀ ਸੰਗਰੂਰ ਕੌਂਸਟੀਚੁਐਂਸੀ ਬਣਦੀ ਹੈ। ਇਹਨਾਂ 8 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਜੇਤੂ ਰਹੇ ਨੇ। ਤਕਰੀਬਨ 6.5 ਲੱਖ ਤੋਂ ਉੱਪਰ ਵੋਟ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੇ ਵਿੱਚ ਸੰਗਰੂਰ ਕੌਂਸਟੀਚੁਐਂਸੀ ਤੋਂ ਪਈ ਹੈ। ਅਗਰ ਆਪਾਂ ਨਾਮ ਲੈ ਕੇ ਗੱਲ ਕਰੀਏ ਤਾਂ ਸੰਗਰੂਰ ਦੀ ਜਿਹੜੀ ਲੋਕ ਸਭਾ ਕੌਂਸਟੀਚੁਐਂਸੀ ਆ ਇਹਦੇ ਵਿੱਚ ਆਪਣੀਆਂ ਵਿਧਾਨ ਸਭਾ ਦੀਆਂ 8 ਕੌਂਸਟੀਚੁਐਂਸੀਜ਼ ਜਿਹੜੀਆਂ ਹੈਗੀਆਂ ਉਹ ਹੈਗੀ ਲਹਿਰਾ ਗਾਗਾ, ਉਸ ਤੋਂ ਲੱਗੇ ਬਰਨਾਲਾ, ਭਦੌੜ, ਦਿੜਬਾ, ਸੁਨਾਮ, ਮਲੇਰਕੋਟਲਾ, ਧੂਰੀ, ਸੰਗਰੂਰ। ਇਹ ਉਹ ਕੌਂਸਟੀਚੁਐਂਸੀਜ਼ ਆ ਜਿੱਥੋਂ ਕਿ ਆਮ ਆਦਮੀ ਪਾਰਟੀ ਦੇ 8 ਐਮਐਲਏ ਔਰ 8 ਐਮਐਲਏਆਂ 'ਚੋਂ ਫਿਰ ਬਹੁਤ ਵੱਡੇ ਨਾਮ ਨੇ, ਕੋਈ ਮਾੜੇ ਮੋਟੇ ਆਪਾਂ ਐਮਐਲਏ ਨਹੀਂ ਕਹਿ ਸਕਦੇ। ਭਗਵੰਤ ਮਾਨ ਜੀ ਖੁਦ ਇੱਥੋਂ ਜਿੱਤੇ ਨੇ। ਨਰਿੰਦਰ ਕੌਰ ਭਰਾਸ ਜਿਨ੍ਹਾਂ ਨੂੰ ਕੁਆਇਟ ਸੈਲੀਬ੍ਰਿਟੀ ਸਟੇਟਸ ਮਿਲਿਆ ਉਹ ਵੀ ਇੱਥੋਂ ਵੱਡੇ ਮਾਰਜਿਨ ਨਾਲ ਜਿੱਤੇ ਨੇ। ਅਮਨ ਅਰੋੜਾ ਸਭ ਤੋਂ ਵੱਧ ਮਾਰਜਿਨ ਦੇ ਨਾਲ ਵਿਧਾਨ ਸਭਾ ਸੁਨਾਮ ਤੋਂ ਜਿੱਤੇ ਸੀ। ਇਸ ਤੋਂ ਇਲਾਵਾ ਹਰਪਾਲ ਸਿੰਘ ਚੀਮਾ ਮਿਨਿਸਟਰ, ਉਸ ਤੋਂ ਬਾਅਦ ਮੀਤ ਹੇਅਰ ਜੋ ਮਿਨਿਸਟਰ ਆ ਉਹ ਵੀ ਇਸੇ ਕੌਂਸਟੀਚੁਐਂਸੀ ਨੂੰ ਬਿਲੋਂਗ ਕਰਦੇ ਆ। ਲਾਭ ਸਿੰਘ ਅੱਗੋਕੇ ਨੂੰ ਬਹੁਤ ਚਰਚਿਤ ਇੱਕ ਚਿਹਰਾ ਸੀ ਵਿਧਾਨ ਸਭਾ ਚੋਣਾਂ ਦਾ, ਉਹ ਵੀ ਇਸੇ ਕੌਂਸਟੀਚੁਐਂਸੀ ਤੋਂ ਸੀ, ਭਦੌੜ ਤੋਂ ਲੜੇ ਨੇ। ਤਾਂ ਹੁਣ ਕੀ ਹੋਇਆ ਕਿ ਉਹ ਜਦੋਂ ਵਿਧਾਨ ਸਭਾ ਸੀਟਾਂ ਸੀ 4 ਮਹੀਨੇ ਪਹਿਲਾਂ ਇਲੈਕਸ਼ਨਾਂ ਦੇ ਵਿੱਚ 6.5 ਲੱਖ ਵੋਟ ਪੈਂਦੀ ਹੈ ਆਮ ਆਦਮੀ ਪਾਰਟੀ ਨੂੰ। 4 ਮਹੀਨਿਆਂ ਬਾਅਦ ਅੱਜ ਆਮ ਆਦਮੀ ਪਾਰਟੀ ਨੂੰ 2.5 ਲੱਖ ਦਾ ਮਾਰਜਿਨ ਵੀ ਉਹ ਟੱਚ ਨਹੀਂ ਕਰ ਪਾਉਂਦੇ, ਇੰਨੀ ਵੋਟ ਉਹਨਾਂ ਦੀ ਹੱਥੋਂ ਉਹਨਾਂ ਦੇ ਕੋਲੋਂ ਨਿਕਲ ਜਾਂਦੀ ਹੈ। ਇਸੇ ਕਰਕੇ ਮੈਂ ਟਾਈਟਲ ਯੂਜ਼ ਕੀਤਾ ਕਿ ਉਹਨਾਂ ਦਾ ਹੀ ਗੜ੍ਹ ਜਿੱਥੇ ਉਹਨਾਂ ਦੇ ਵੱਡੇ ਚਿਹਰੇ ਨੇ, ਵੱਡੇ ਸੈਲੀਬ੍ਰਿਟੀ ਸਟੇਟਸ ਵਾਲੇ ਲੋਕ ਨੇ, ਪਲੱਸ ਉਹਨਾਂ ਦੇ 92 ਦੇ 92 ਐਮਐਲਏ ਉੱਥੇ ਲੱਗੇ ਸੀ, ਪਲੱਸ ਨਾਲ ਹੀ ਉਹਨਾਂ ਦੇ 5 ਰਾਜ ਸਭਾ ਦੇ ਜਿਹੜੇ ਐਮਪੀ ਆ ਉਹ ਵੀ ਨਾਲ ਲੱਗੇ ਸੀ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਅਗਰ ਆਪਾਂ ਕੱਢ ਦਈਏ, ਅਰਵਿੰਦ ਕੇਜਰੀਵਾਲ ਜੀ ਇੱਥੇ ਆ ਕੇ ਪ੍ਰਚਾਰ ਕਰ ਰਹੇ ਸੀ, ਸਭ ਕੁਝ ਸੀ। ਉਸ ਦੇ ਬਾਵਜੂਦ ਵੀ ਇੰਨੀ ਵੋਟ ਆਮ ਆਦਮੀ ਪਾਰਟੀ ਦੀ ਚੜ ਚੁੱਕੀ ਹੈ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਅਗਰ ਆਪਾਂ ਦੇਖੀਏ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ ਸੀ ਤਾਂ ਮਹਿਜ 16,000 ਵੋਟਾਂ, ਸਿਰਫ 16,000 ਵੋਟਾਂ ਪਈਆਂ ਸੀ ਵਿਧਾਨ ਸਭਾ ਲਈ। ਆਮ ਆਦਮੀ ਪਾਰਟੀ ਨੂੰ 6.5 ਲੱਖ ਦੇ ਕਰੀਬ ਸੀ ਔਰ ਹੁਣ ਇੱਕਦਮ ਹੀ ਸਟੈਟਿਕਸ ਜਿਹੜਾ ਉਹ ਚੇਂਜ ਹੋ ਚੁੱਕਾ ਆ। ਹੁਣ ਆਪਾਂ ਅੱਗੇ ਇਹਦੇ ਵਿੱਚ ਇਹੀ ਗੱਲ ਕਰਾਂਗੇ ਕਿ ਇਹ ਜਿਹੜਾ ਨੰਬਰ ਆ ਇੱਕਦਮ ਚੇਂਜ ਕਿਉਂ ਹੋਇਆ, ਜਾਂ ਆਪਾਂ ਇਹ ਕਹੀਏ ਕਿ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਕਿਹੜੇ ਪੁਆਇੰਟ ਆਏ ਕਿ ਉਹਨਾਂ ਦੀ ਜਿਹੜੀ ਜਿੱਤ ਆ ਉਹ ਆਲਮੋਸਟ ਲੋਕਾਂ ਨੂੰ ਸਰਟਨ ਲੱਗਣ ਲੱਗੀ ਸੀ ਕਿ ਉਹੀ ਜੇਤੂ ਹੋਣਗੇ। ਭਗਵੰਤ ਮਾਨ ਜੀ 2019 ਦੇ ਵਿੱਚ ਚੋਣਾਂ ਕੰਟੈਸਟ ਕਰਦੇ ਆ ਜਦੋਂ ਲੋਕ ਸਭਾ ਦੀਆਂ ਸੰਗਰੂਰ ਕੌਂਸਟੀਚੁਐਂਸੀ ਤੋਂ, ਤਾਂ ਉਦੋਂ ਵੀ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਖਿਲਾਫ ਕੰਟੈਸਟ ਕਰ ਰਹੇ ਸੀ ਪਰ ਚੌਥੇ ਨੰਬਰ ਤੇ ਰਹੇ ਨੇ। ਉਹਨਾਂ ਨੂੰ ਸਿਰਫ ਔਰ ਸਿਰਫ ਸਿਮਰਨਜੀਤ ਮਾਨ ਨੂੰ 48,000 ਵੋਟਾਂ ਸਮਥਿੰਗ ਸਿਰਫ ਪਈਆਂ ਸੀ ਔਰ ਭਗਵੰਤ ਮਾਨ ਜੀ ਨੂੰ 4.5 ਲੱਖ ਤੋਂ ਉੱਪਰ ਵੋਟ ਪਈ ਸੀ। ਉਦੋਂ ਭਗਵੰਤ ਮਾਨ ਜੀ ਦੀ ਸਰਕਾਰ ਵੀ ਨਹੀਂ ਸੀ ਕਿਤੇ ਵੀ, ਆਮ ਆਦਮੀ ਪਾਰਟੀ ਦੀ ਸੀ, ਦਿੱਲੀ ਦੇ ਵਿੱਚ ਸਰਕਾਰ ਸੀ। ਪਰ ਹੁਣ ਜਿਹੜਾ ਬਹੁਤ ਵੱਡਾ ਚੇਂਜ ਹੈ ਕਿ ਸਿਮਰਨਜੀਤ ਮਾਨ ਜੀ 1 ਨੰਬਰ ਦੇ ਉੱਤੇ। ਆਮ ਆਦਮੀ ਪਾਰਟੀ ਜਿਹੜੀ ਬਦਲਾਵ ਦੀ ਇੱਕ ਤਰ੍ਹਾਂ ਦੇ ਨਾਲ ਵੋਟ ਜਿਹੜੀ ਉਹਨਾਂ ਨੂੰ ਪਈ ਸੀ ਉਹ ਹੁਣ ਉਹਨਾਂ ਲੋਕਾਂ ਨੇ ਦੂਸਰਾ ਬਦਲਾਵ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਆਂਦਾ। ਇਹਦੇ ਪਿੱਛੇ 2 ਕਾਰਨ ਤਾਂ ਬਹੁਤ ਵੱਡੇ ਆ ਜਿਹੜੇ ਹਰ ਕੋਈ ਗੱਲ ਕਰ ਰਿਹਾ। ਸਭ ਤੋਂ ਪਹਿਲਾ ਕਾਰਨ ਹੈ
ਜਿਹੜੀ ਸਿੰਪਥੀ ਦੀ ਵੋਟ ਹੈ, ਸਿੰਪਥੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਸਿੰਪਥੀ ਦੀ ਵੋਟ ਕਿਉਂ ਪਈ? ਕਿਉਂਕਿ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਕਿਰਦਾਰ ਸੀ ਜਾਂ ਉਹਨਾਂ ਦਾ ਆਪਾਂ ਸਟੈਂਡ ਕਹਿ ਲਈਏ, ਉਹ ਬੜਾ ਸਪਸ਼ਟ ਰਿਹਾ ਹਮੇਸ਼ਾ ਹੀ। ਉਹ 23 ਸਾਲਾਂ ਬਾਅਦ ਅੱਜ ਦੁਬਾਰਾ MP ਬਣੇ ਨੇ 1999 ਤੋਂ ਬਾਅਦ। ਹਮੇਸ਼ਾ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਬੜਾ ਆਪਣਾ ਹਮੇਸ਼ਾ ਰੋਸ ਜ਼ਾਹਿਰ ਕੀਤਾ ਹੈ ਕਿ ਮੈਨੂੰ ਮੀਡੀਆ ਪੁੱਛਦਾ ਨਹੀਂ ਹੈ ਜਾਂ ਉਹਨਾਂ ਨੂੰ ਲੋਕ ਵੋਟਾਂ ਨਹੀਂ ਪਾਉਂਦੇ, ਹਰਾ ਦਿੰਦੇ ਨੇ। ਵਿਧਾਨ ਸਭਾ ਦੀਆਂ ਚੋਣਾਂ 'ਚ ਵੀ ਉਹ 6000 ਦੀ ਵੋਟਾਂ ਦੇ ਮਾਰਜਿਨ ਦੇ ਨਾਲ ਹਾਰ ਗਿਆ ਸੀ, ਜਦੋਂ ਦੀਪ ਸਿੱਧੂ ਦੀ ਵੀ ਬਹੁਤ ਵੱਡੀ ਸਪੋਰਟ ਜਾਂ ਉਹ ਤਲਵਾਰ ਔਰ ਝਾੜੂ ਵਾਲਾ ਜਿਹੜਾ ਉਹਨਾਂ ਭਾਸ਼ਣ ਸੀਗਾ ਉਹ ਕਾਫੀ ਇਫੈਕਟਿਵ ਉਸ ਸਮੇਂ ਦੇ ਵਿੱਚ ਸੀ। ਦੀਪ ਸਿੱਧੂ ਦੀ ਮੌਤ ਔਰ ਉਸ ਤੋਂ ਬਾਅਦ ਜਿਹੜੀ ਸਿੱਧੂ ਮੂਸੇਵਾਲੇ ਦੇ 2 ਗਾਣਿਆਂ ਦੇ ਵਿੱਚ ਲਗਾਤਾਰ ਜ਼ਿਕਰ ਸਿਮਰਨਜੀਤ ਸਿੰਘ ਮਾਨ ਦਾ ਆਇਆ, ਔਰ ਉਹ ਜ਼ਿਕਰ ਵੀ ਜਿਹੜਾ ਆਇਆ ਬਹੁਤ ਵੱਡੇ ਲੈਵਲ 'ਤੇ ਸੀ। ਵੱਡੇ ਲੈਵਲ 'ਤੇ ਇਨ ਦਾ ਸੈਂਸ ਸੀਗਾ ਵੀ ਇੱਕ ਗਾਣੇ ਦੇ ਵਿੱਚ ਉਹ ਕਹਿੰਦਾ ਸੀ ਕਿ ਲੋਕਾਂ ਨੂੰ ਗੱਦਾਰ, ਜਿਹਦੇ ਵਿੱਚ ਕਹਿੰਦਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਵੀ ਇਹਨਾਂ ਨੇ ਹਰਾਇਆ। ਔਰ ਦੂਸਰਾ ਗਾਣਾ ਜਿਹੜਾ SYL ਸੀ, ਜਿਹੜਾ ਹੁਣ ਰੀਸੈਂਟਲੀ ਹੀ ਬਲੌਕ ਕਰ ਦਿੱਤਾ ਗਿਆ YouTube ਤੋਂ, ਇੰਡੀਆ ਦੇ ਵਿੱਚ ਆਪਾਂ ਕਹੀਏ ਬੈਨ ਕਰ ਦਿੱਤਾ ਗਿਆ ਬਾਈ ਗਵਰਨਮੈਂਟਸ ਲੀਗਲ ਐਕਸ਼ਨ, ਲੀਗਲ ਕੰਪਲੇਂਟ। ਚਲੋ ਉਹ ਗੱਲ ਆਪਾਂ ਫਿਰ ਕਿਸੇ ਵੀਡੀਓ 'ਚ ਕਰਾਂਗੇ, ਪਰ ਉਸ ਚੀਜ਼ ਦਾ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਬਹੁਤ ਵੱਡੀ ਸਪੋਰਟ ਇੰਡੀਡ ਮਿਲੀ ਹੈ, ਖਾਸ ਤੌਰ 'ਤੇ ਯੂਥ ਦੇ ਵਿੱਚ। ਯੂਥ ਦੇ ਵਿੱਚ ਸਪੋਰਟ ਇਸੇ ਕਰਕੇ ਜ਼ਿਆਦਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸਟੈਂਡ ਤੋਂ, ਆਪਣੀ ਅਪਰੋਚ ਤੋਂ, ਆਪਣੇ ਸਟੈਂਡ ਤੋਂ ਕਦੀ ਵੀ ਉਹ ਪਿੱਛੇ ਨਹੀਂ ਹਟੇ। ਉਹਨਾਂ ਨੇ ਡਟ ਕੇ ਸਟੈਂਡ ਲਿਆ ਆ। ਇਹੀ ਕਾਰਨ ਹੈ ਕਿ ਸਿੰਪਥੀ ਦੀ ਵੋਟ ਵੀ ਉਹਨਾਂ ਦੇ ਨਾਲ ਆਈ। ਖਾਸ ਤੌਰ 'ਤੇ ਜਿਹੜਾ ਯੂਥ ਹੈ ਉਹ ਉਹਨਾਂ ਦੇ ਵੱਲ ਖਿੱਚਿਆ ਗਿਆ। ਉਹ ਖਿੱਚਣ ਦਾ ਕਾਰਨ ਇਹੀ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਕਿਰਦਾਰ ਰਿਹਾ ਹੈ। ਸਿਮਰਨਜੀਤ ਸਿੰਘ ਮਾਨ ਦੀ ਆਈਡੀਓਲੋਜੀ ਦੀ ਆਪਾਂ ਗੱਲ ਕਰੀਏ ਤਾਂ ਕਿਸੇ ਟਾਈਮ ਉਹ ਸਿੱਖ ਸੋਵਰੈਨਿਟੀ ਦੇ ਉੱਤੇ ਜਾਂ ਆਪਾਂ ਕਹੀਏ ਖਾਲਿਸਤਾਨ ਦੇ ਲਈ ਕਾਫੀ ਡਟ ਕੇ ਗੱਲ ਕਹਿੰਦੇ ਰਹੇ ਨੇ। ਲੇਕਿਨ ਅਗਰ ਅੱਜ ਦੇ ਟਾਈਮ 'ਚ ਆਪਾਂ ਉਹਨਾਂ ਦੀ ਅਪਰੋਚ ਦੇਖੀਏ ਤਾਂ ਕਾਫੀ ਚੀਜ਼ਾਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਚੇਂਜ ਕੀਤਾ ਹੈ। ਜਿਵੇਂ ਹੁਣ ਉਹਨਾਂ ਦੀ ਅਗਰ ਆਪਾਂ ਆਈਡੀਓਲੋਜੀ ਦੇ ਵਿੱਚੋਂ ਦੇਖੀਏ ਤਾਂ ਸਭ ਤੋਂ ਵੱਡੀ ਗੱਲ, ਉਹ ਮਾਈਨੋਰਿਟੀ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ। ਉਹ ਚਾਹੇ ਸਿੱਖ ਹੋ ਗਏ, ਚਾਹੇ ਮੁਸਲਿਮ ਹੋ ਗਏ, ਚਾਹੇ ਈਸਾਈ ਹੋ ਗਏ, ਚਾਹੇ ਟਰਾਈਬਲ ਲੋਕ ਹੋ ਗਏ। ਜਿੱਤਣ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਉਹਨਾਂ ਨੇ ਡਟ ਕੇ ਇਹੋ ਜਿਹੀਆਂ ਗੱਲਾਂ ਕਹੀਆਂ। ਸੋ ਯੂਥ ਦੇ ਲਈ ਇਹ ਚੀਜ਼ਾਂ ਵਧੀਆ ਸੀ ਕਿਉਂਕਿ ਆਲ ਓਵਰ ਇੰਡੀਆ ਇੱਕ ਇੱਦਾਂ ਦਾ ਮਾਹੌਲ ਚੱਲ ਰਿਹਾ ਜਿਹੜੀ ਹਿੰਦੂਤਵੀ ਰਾਜਨੀਤੀ ਹੈ। ਹਿੰਦੂਤਵੀ ਰਾਜਨੀਤੀ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਗੱਲ, ਹਿੰਦੂਤਵੀ ਰਾਜਨੀਤੀ ਦਾ ਕੋਈ ਡਟ ਕੇ ਵਿਰੋਧ ਕਰਨ ਵਾਲਾ ਪੰਜਾਬ ਦੇ ਵਿੱਚ ਹੈ ਨਹੀਂ ਸੀ। ਹਿੰਦੂਤਵੀ ਰਾਜਨੀਤੀ ਦਾ ਡਟ ਕੇ ਵਿਰੋਧ ਹੁਣ ਕੀਤਾ ਜਾਏਗਾ, ਇਹ ਉਮੀਦ ਹੈ ਸਿਮਰਨਜੀਤ ਸਿੰਘ ਮਾਨ ਜੀ ਵੱਲੋਂ, ਕਿਉਂਕਿ ਉਹ ਹਮੇਸ਼ਾ ਹੀ ਜਿਵੇਂ ਮਾਈਨੋਰਿਟੀਜ਼ 'ਤੇ ਅਟੈਕ ਕਰ ਰਹੀ ਆ BJP ਦੀ ਗਵਰਨਮੈਂਟ, ਉਹਦੇ ਖਿਲਾਫ ਬੋਲਦੇ ਆਏ ਨੇ। ਔਰ ਇਹੀ ਇੱਕ ਬਹੁਤ ਵੱਡਾ ਫੈਕਟਰ ਵੀ ਬਣਿਆ ਕਿ ਮਲੇਰਕੋਟਲਾ ਦੇ ਵਿੱਚ ਜਿਹੜੀ ਮੁਸਲਿਮ ਵੋਟ ਹੈ ਉਹ ਡਟ ਕੇ ਇੱਕ ਤਰ੍ਹਾਂ ਦੇ ਨਾਲ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤੀ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਰ ਆਪਾਂ ਬੈਕਗਰਾਉਂਡ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਹੈ। ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਹਮੇਸ਼ਾ ਹੀ ਜਿਹੜਾ ਯੂਥ ਆ ਜਾਂ ਪੰਜਾਬ ਦੇ ਜਿਹੜੇ ਅੱਜ ਦੇ ਹਾਲਾਤ ਆ ਉਹਨੂੰ ਆਪਣੇ ਵੱਲ ਅਟਰੈਕਟ ਕਰਦਾ ਆਇਆ। ਦੂਸਰੀ ਗੱਲ ਮੈਂ ਇਹਦੇ ਵਿੱਚ ਇਹ ਵੀ ਐਡ ਕਰਨਾ ਚਾਹੁੰਦੀ ਹਾਂ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਬਹੁਤ ਵਾਰ ਉਹਨਾਂ ਨੇ ਬਿਆਨ ਕੀਤਾ ਹੈ ਜੋ ਉਹਨਾਂ ਨਾਲ ਤਸ਼ੱਦਦ ਕੀਤੇ ਗਏ ਸੀ, ਪੁਲਿਸ ਦੀਆਂ ਐਟਰੋਸਿਟੀਜ਼ ਹੋਈਆਂ ਸੀਗੀਆਂ। ਉਹਨਾਂ ਨੇ ਕਿਹਾ ਮੇਰੀ ਦਾੜੀ ਪੁੱਟੀ ਗਈ ਐਂਡ ਹੋਰ ਸਾਰੀਆਂ ਚੀਜ਼ਾਂ ਜੋ ਨੁਕਸਾਨ ਉਹਨਾਂ ਨੂੰ ਸਹਿਣੇ ਪਏ ਨੇ, ਉਸ ਸੰਘਰਸ਼ ਦਾ ਵੀ ਮੁੱਲ ਮੈਨੂੰ ਲੱਗਦਾ ਹੈ ਕਿ ਸਾਡੇ ਯੂਥ ਨੇ ਇਹ ਜਿਹੜਾ ਆ ਇਹਨਾਂ ਵੋਟਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਿਤਾ ਕੇ ਮੋੜਿਆ ਆ। ਮੈਂ ਰੀਸੈਂਟਲੀ ਯੂਥ ਦਾ ਨਾਮ ਇਸ ਕਰਕੇ ਲੈ ਰਹੀ ਹਾਂ ਕਿਉਂਕਿ ਰੀਸੈਂਟਲੀ ਆਈ ਹੈਵ ਸੀਨ ਕਿ ਜਿਹੜਾ ਪੰਜਾਬ ਦਾ ਯੂਥ ਹੈ, ਕਿਸਾਨ ਅੰਦੋਲਨ ਤੋਂ ਬਾਅਦ, ਦੀਪ ਸਿੱਧੂ ਤੋਂ ਬਾਅਦ ਬਹੁਤ ਵੱਡੀ ਮੂਵਮੈਂਟ ਇੱਕ ਤਰ੍ਹਾਂ ਦੇ ਨਾਲ ਸਿਮਰਨਜੀਤ ਸਿੰਘ ਮਾਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਪੋਰਟ ਦੇ ਰੂਪ ਦੇ ਵਿੱਚ ਉਹ ਹਮੇਸ਼ਾ ਦੇ ਰਹੇ ਸੀ। ਅਕਸਰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਿਹੜਾ ਆਪਣਾ ਜਿਹੜੇ ਯੂਥ ਇਨ ਦਾ ਸੈਂਸ ਕਿ 25 ਤੋਂ 35 ਸਾਲ ਇਹ ਵਾਲੀ ਉਮਰ ਵਾਲੇ ਲੋਕ ਆ, ਉਹਨਾਂ ਦੀਆਂ ਸਟੋਰੀਆਂ ਦੇ ਵਿੱਚ, ਉਹਨਾਂ ਦੀਆਂ ਇੰਸਟਾਗ੍ਰਾਮ ਫੇਸਬੁੱਕ ਸਟੋਰੀਆਂ, ਉਹਨਾਂ ਦੀਆਂ ਪੋਸਟਾਂ ਦੇ ਵਿੱਚ, ਉਹਨਾਂ ਦੀਆਂ WhatsApp ਸਟੋਰੀਆਂ 'ਚ ਸਿਮਰਨਜੀਤ ਸਿੰਘ ਮਾਨ ਦੇ ਪੋਸਟਰਸ, ਉਹਨਾਂ ਦੇ ਬਿਆਨ, ਉਹਨਾਂ ਦੇ ਸੰਘਰਸ਼ ਦੀਆਂ ਕਹਾਣੀਆਂ ਅਕਸਰ ਦੇਖਣ ਨੂੰ ਮਿਲਦੀਆਂ ਸੀ। ਸੋ ਇੱਕ ਮੂਵਮੈਂਟ ਆ, ਇਹ ਵੀ ਇੱਕ ਬਹੁਤ ਵੱਡਾ ਬਦਲਾਵ ਹੈ। ਸੰਗਰੂਰ ਵਾਲਿਆਂ ਨੇ ਪਹਿਲਾ ਬਦਲਾਵ ਸ਼ੁਰੂ ਕੀਤਾ, 4 ਮਹੀਨੇ ਬਾਅਦ ਉਹਨਾਂ ਨੇ ਫਿਰ ਦੁਬਾਰਾ ਇੱਕ ਬਦਲਾਵ ਲੈ ਕੇ ਆਂਦਾ। ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ ਸੰਘਰਸ਼ ਜਿਹੜਾ ਆ, ਉਹਨਾਂ ਦੇ ਸੰਘਰਸ਼ ਦੀ ਜਿਹੜੀ ਕਹਾਣੀ ਆ ਉਹ ਇੱਕ ਜਿਹੜਾ ਯੂਥ ਆਪਣਾ ਉਹਨੂੰ ਅਟਰੈਕਟ ਕਰਦੀ ਆ ਔਰ ਉਮੀਦਾਂ ਪੈਦਾ ਕਰਦੀ ਆ ਸਿਮਰਨਜੀਤ ਸਿੰਘ ਮਾਨ ਤੋਂ। ਨਾਲ ਹੀ ਆਪਾਂ ਇੱਥੇ ਇਸ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ ਕਿ ਪੰਜਾਬ ਦੇ ਵਿੱਚ ਜਿਹੜਾ ਪੰਥਕ ਸਪੇਸ ਸੀਗੀ ਉਹ ਖਾਲੀ ਪਈ ਸੀ। ਪੰਥਕ ਰਾਜਨੀਤੀ ਦੀ ਸਪੇਸ ਜਿਹੜੀ ਸੀ, ਖਾਲੀ ਜਗ੍ਹਾ ਨੂੰ ਭਰ ਨਹੀਂ ਸਕਿਆ। ਅਕਸਰ ਇਸ ਤੋਂ ਪਹਿਲਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਉਹੀ ਇਸ ਸਪੇਸ 'ਤੇ ਇੱਕ ਤਰ੍ਹਾਂ ਨਾਲ ਕਾਬਜ਼ ਸੀ, ਬਟ ਹੁਣ ਇਹ ਇੱਕ ਬਹੁਤ ਵੱਡਾ ਬਦਲਾਵ ਹੈ, ਇੱਕ ਹਿਊਜ ਚੇਂਜ ਹੈ ਜਿਹੜਾ ਪੰਥਕ ਰਾਜਨੀਤੀ ਨੂੰ
ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਕੇ ਰੱਖਦਾ ਹੈ। ਇੱਕ ਕਮੇਟੀ ਵੀ ਬਣੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਗਏ ਜ਼ਰੂਰ ਆ, ਉੱਥੇ ਵੀ ਜਾ ਕੇ ਜਿਹੋ ਜਿਹੀ ਉਹਨਾਂ ਦੀ ਅਪਰੋਚ ਜੋ ਗੱਲਾਂ ਸੀਗੀਆਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲੋਂ ਸਟਿਲ ਬਹੁਤ ਅਲੱਗ ਸੀ। ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਚਾਹੇ ਰਾਜੋਆਣਾ ਜੀ ਦੀ ਭੈਣ ਨੂੰ ਉੱਥੇ ਖੜੀ ਕੀਤਾ, ਲੇਕਿਨ ਹਜੇ ਵੀ ਇੱਦਾਂ ਲੱਗਦਾ ਹੈ ਕਿ ਉਹ ਸਪੋਰਟ ਜਿਹੜੀ ਲੋਕਾਂ ਦੀ ਪੰਥਕ ਸਪੋਰਟ ਜਿਹਨੂੰ ਆਪਾਂ ਕਹੀਏ ਉਹ ਬਾਦਲਾਂ ਦੇ ਨਾਲ ਨਹੀਂ ਸੀ। ਇਸ ਕਰਕੇ ਐਡਾ ਵੱਡਾ ਲਾਸ ਉਹਨਾਂ ਦੇ ਲਈ ਸੀ ਔਰ ਦਿਸ ਵਾਜ਼ ਦ ਗੇਨ ਫॉर ਸਿਮਰਨਜੀਤ ਸਿੰਘ ਮਾਨ। ਇੱਦਾਂ ਲੱਗਦਾ ਕਿ ਜਿਹੜੇ ਬੇਅਦਬੀ ਦੇ ਦੋਸ਼ ਐਂਡ ਪੁਰਾਣੇ ਜਿਹੜੇ ਬੈਗੇਜ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੱਜ ਵੀ ਉਹਨਾਂ ਦੇ ਮੋਢਿਆਂ ਦੇ ਉੱਤੇ ਬਹੁਤ ਵੱਡਾ ਭਾਰ ਹੈ ਔਰ ਉਹ ਲਾ ਨਹੀਂ ਪਾ ਰਹੇ। ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਮੁੱਦੇ ਮੂੰਹ ਨੀਚੇ ਗਿਰਿਆ, ਇੱਕਦਮ ਜਾਂਦਾ ਉੱਪਰ ਨੂੰ ਬਿਲਕੁਲ ਹੀ ਸਟੀਪ ਬਣ ਕੇ ਨੀਚੇ ਗਿਰਾ ਆ। ਇਹਦਾ ਕਾਰਨ ਜਿਹੜਾ ਆ ਉਹੀ ਕਾਰਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਵੀ ਕਾਰਨ ਹੈ, ਕਿਉਂਕਿ ਬਹੁਤ ਘੱਟ ਵੋਟਾਂ ਦੇ ਮਾਰਜਿਨ ਦੇ ਨਾਲ ਹੀ ਜਿੱਤ ਹੋਈ ਹੈ। ਕਿਉਂਕਿ ਆਮ ਆਦਮੀ ਪਾਰਟੀ ਤੋਂ ਜੇ ਭਗਵੰਤ ਮਾਨ ਜੀ ਲੜਦੇ ਸੀ ਤਾਂ ਕਈ ਲੱਖ ਦੀ ਲੀਡ 2.5 ਲੱਖ ਦੀ ਲੀਡ ਦੇ ਨਾਲ ਵੀ ਇੱਕ ਵਾਰੀ ਜੇਤੂ ਰਹੇ ਸੀਗੇ। ਸੋ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਕੈਂਡੀਡੇਟ ਸੰਗਰੂਰ ਕੌਂਸਟੀਚੁਐਂਸੀ ਤੋਂ ਲੋਕ ਸਭਾ ਲਈ ਸੀ ਉਹ ਲੋਕਾਂ ਨੂੰ ਦੱਸ ਨਹੀਂ ਪਾਇਆ ਕਿ ਉਹ ਲੋਕ ਸਭਾ ਦੇ ਵਿੱਚ ਜਾ ਕੇ ਕੀ ਬੋਲੇਗਾ, ਕਿਹੜੇ ਮੁੱਦੇ ਚੱਕਣਗੇ। ਨਾਲ ਹੀ ਜਿਹੜਾ ਦਿੱਲੀ ਫੈਕਟਰ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਕਿ ਰਿਮੋਟ ਦੇ ਨਾਲ ਕੰਟਰੋਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ। ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੀ ਪ੍ਰੈਜ਼ੈਂਸ ਦੇ ਵਿੱਚ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਦੀ ਜੋ ਛਵੀ ਸੀ ਉਹਨੂੰ ਵੀ ਕਾਫੀ ਸਪਰੈਡ ਕੀਤਾ ਗਿਆ। ਉਹ ਵੀ ਜਿਹੜੀਆਂ ਚੀਜ਼ਾਂ ਆ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਸਰਟਨਲੀ ਗਈਆਂ। ਰਾਜ ਸਭਾ ਐਮਪੀ ਜਿੱਦਾਂ ਚੁਣੇ ਗਏ, ਜਿਨ੍ਹਾਂ ਨੂੰ ਚੁਣਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਇੰਟਰਫੇਰੈਂਸ ਉਹਦੇ 'ਚ ਹੋਈ ਔਰ ਹੋਰ ਬਹੁਤ ਇਲਜ਼ਾਮ ਲੱਗੇ, ਉਹ ਵੀ ਫੈਕਟਰ ਆਮ ਆਦਮੀ ਪਾਰਟੀ ਦੇ ਖਿਲਾਫ ਗਿਆ। ਸਿੱਧੂ ਮੂਸੇਵਾਲੇ ਦਾ ਮਰਡਰ ਔਰ ਉਸ ਤੋਂ ਬਾਅਦ ਉਹਦਾ ਮਤਲਬ ਜਿਸ ਤਰ੍ਹਾਂ ਲੋਕਾਂ ਦਾ ਇੱਕ ਹਜੂਮ ਉੱਥੇ ਉਮੜਿਆ ਔਰ ਜੋ ਵੀ ਲੋਕਾਂ ਦੇ ਬਾਅਦ ਦੇ ਰਿਐਕਸ਼ਨ ਸੀ ਉਹਦਾ ਇੱਕ ਬਹੁਤ ਵੱਡਾ, ਮੈਂ ਕਹੂੰਗੀ ਕਿ ਸਭ ਤੋਂ ਵੱਡਾ ਫੈਕਟਰ ਸੀ ਕਿ ਆਮ ਆਦਮੀ ਪਾਰਟੀ ਸੰਗਰੂਰ ਦੇ ਵਿੱਚ ਆਪਣੀ ਜਿੱਤ ਦਰਜ ਨਹੀਂ ਕਰਵਾ ਪਾਈ।